ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਬਨਵਾਸ ਕਥਨਨ। ਹੁਣ ਬਨਵਾਸ ਦਾ ਕਥਨ। ਸੀਤਾ ਅਨੁਮਾਨ ਬਾਜ। ਸੀਤਾ ਦਾ ਸਰੂਪ। ਵਿਜੇ ਚੰਦ। ਚੰਦ ਕੀ ਅੰਸ ਚਕੋਰਨ ਕੈ ਕਰ ਮੋਰਨ ਬਿਦੁਲਤਾ ਅਨੁਮਾਨੀ। ਸੀਤਾ ਜੀ ਨੂੰ ਚਕੋਰਾਂ ਨੇ ਚੰਦਰਮਾ ਦੀ ਅੰਸ਼ ਕਰਕੇ ਅਤੇ ਮੋਰਾਂ ਨੇ ਬਿਜਲੀ ਕਰਕੇ ਮਤ ਗਇੰਦਨ ਇੰਦਰ ਬਧੂ ਪੁਨਸਾਰ ਛਟਾ ਰਵ ਕੀ ਜਿय ਜਾਨੀ। मत गईंदन इंद्र बधु भुनसार छटा रवि की जिय जानी। ਮਸਤ ਹਾਥੀਆਂ ਨੇ ਇੰਦਰ ਦੀ ਪਤਨੀ ਸੱਚੀ ਕਰਕੇ ਅਤੇ ਪ੍ਰਭਾਤ ਨੇ ਸੂਰਜ ਦੀ ਛਟਾ ਰੂਪ ਕਰਕੇ ਆਪਣੇ ਜੀਏ ਵਿੱਚ ਜਾਣਿਆ। ਦੇਵਨ ਦੋਖਨ ਕੀ ਹਰਤਾ ਅਰ ਦੇਵਨ ਕਾਲ ਕ੍ਰਿਆ ਕਰ ਮਾਨੀ। ਦੇਵਤਿਆਂ ਨੇ ਦੋਖਾਂ ਦੀ ਹਰਤਾ ਕਰਕੇ ਅਤੇ ਦੈਂਤਾਂ ਨੇ ਕਾਲ ਕ੍ਰਿਆ ਰੂਪ ਕਰਕੇ ਮੰਨਿਆ ਹੈ। ਦੇਸਨ ਸਿੰਧ ਦਿਸੇਸਨ ਬ੍ਰਿੰਦ ਜੋਗੇਸਨ ਗੰਗ ਕੇ ਰੰਗ ਪਛਾਨੀ। ਦੇਸ਼ਾਂ ਨੇ ਸਮੁੰਦਰ ਕਰਕੇ ਦਿਗਜਾਂ ਨੇ ਬ੍ਰਹਮਾ ਕਰਕੇ ਅਤੇ ਯੋਗੀਸਰਾਂ ਨੇ ਗੰਗਾ ਦਾ ਰੂਪ ਕਰਕੇ ਪਛਾਣਿਆ ਹੈ। ਦੋਹਰਾ। ਉਤ ਰਘੂਬਰ ਬਨ ਕੋ ਚਲੇ ਸੀਏ ਸਹਿਤ ਤਜ ਗ੍ਰਹਿ। ਉਧਰ ਸ਼੍ਰੀ ਰਾਮ ਚੰਦਰ ਸੀਤਾ ਸਮੇਤ ਘਰ ਨੂੰ ਛੱਡ ਕੇ ਬਣ ਨੂੰ ਚੱਲੇ ਹਨ। ਇਤੇ ਤਸਾ ਜਿਹ ਬਿਦ ਪਈ ਸਕਲ ਸਾਧ ਸੁਨ ਲੇਹ। ਇੱਧਰ ਜਿਸ ਤਰ੍ਹਾਂ ਦੀ ਹਾਲਤ ਹੋਈ ਹੈ ਉਸਨੂੰ ਸਾਰੇ ਸੰਤੋ ਧਿਆਨ ਨਾਲ ਸੁਣ ਲਵੋ। ਮਾਤਾ ਬਾਜ। ਕਬਿਤ। ਸਭੇ ਸੁਖ ਲੈ ਕੇ ਗਏ ਗਾੜੋ ਦੁਖ ਦੇਤ ਪਏ ਰਾਜਾ ਦਸਰਥ ਜੂ ਕਉ ਕਹਿ ਆਜ ਪਾਤ ਹੋ। ਸਾਰੇ ਸੁਖ ਲੈ ਕੇ ਚਲੇ ਗਏ ਹਨ, ਵੱਡੇ ਦੁੱਖ ਦੇ ਗਏ ਹਨ। ਰਾਜਾ ਦਸ਼ਰਥ ਵੀ ਅੱਜ ਮਰ ਗਏ ਹਨ। ਅਜ ਹੂੰ ਨਾ ਛੀਜੇ ਬਾਤ ਮਾਨ ਲੀਜੇ ਰਾਜ ਕੀਜੇ ਕਹੋ ਕਾਜ ਕੌਣ ਕੋ ਹਮਾਰੇ ਸ਼੍ਰੋਣ ਨਾਤ ਹੋ। ਅਜੇ ਵੀ ਗੱਲ ਖਤਮ ਨਹੀਂ ਹੋਈ। ਮੇਰੀ ਗੱਲ ਮੰਨ ਲਵੋ ਅਤੇ ਰਾਜ ਕਰੋ। ਦੱਸੋ ਕਿਸ ਕੰਮ ਵਾਸਤੇ ਸਾਡੇ ਲਹੂ ਵਿੱਚ ਨਹਾਉਂਦੇ ਹੋ। ਰਾਜ ਸੀ ਕੇ ਤਾਰੋ ਸਾਜ ਸਾਧਨ ਕੇ ਕੀਜੇ ਕਾਜ ਕਹੋ ਰਘੁਰਾਜ ਆਜ ਕਾਹੇ ਕਉ ਸਿਧਾਤ ਹੋ। ਰਾਜਿਆਂ ਦਾ ਸਾਜ ਧਾਰੋ, ਸੰਤਾਂ ਵਾਲੇ ਕੰਮ ਕਰੋ। ਹੇ ਰਾਮ ਚੰਦਰ ਦੱਸੋ ਅੱਜ ਬਣ ਨੂੰ ਕਿਸ ਲਈ ਤੁਰੋ ਜਾਂਦੇ ਹੋ। ਤਾਪਸੀ ਕੇ ਭੇਸ ਕੀਨੇ ਜਾਨਕੀ ਕੋ ਸੰਗ ਲੀਨੇ ਮੇਰੇ ਬਨਵਾਸੀ ਮਉ ਉਦਾਸੀ ਦੀਏ ਜਾਤ ਹੋ। ਤਪੱਸਿਆ ਦਾ ਭੇਸ ਕੀਤਾ ਹੋਇਆ ਹੈ ਅਤੇ ਸੀਤਾ ਨੂੰ ਨਾਲ ਲਿਆ ਹੋਇਆ ਹੈ। ਹੇ ਬਨਵਾਸੀ ਪੁੱਤਰ ਮੈਨੂੰ ਉਦਾਸੀ ਦੇਈ ਜਾਂਦੇ ਹੋ। ਕਾਰੇ ਕਾਰੇ ਕਰ ਬੇਸ ਰਾਜਾ ਜਿਉ ਕੋ ਛੋਰ ਦੇਸ ਤਾਪਸੀ ਕੋ ਕੈ ਪੇਸ ਸਾਥ ਹੀ ਸਿਧਾਰੇ ਹੋ। ਮੈਂ ਕਾਲਾ ਕਾਲਾ ਵੇਸ ਕਰਕੇ ਰਾਜਾ ਜੀ ਦਾ ਦੇਸ਼ ਛੱਡ ਕੇ ਤਪਸਵੀਆਂ ਦਾ ਭੇਸ ਧਾਰਨ ਕਰਕੇ ਤੁਹਾਡੇ ਨਾਲ ਹੀ ਚਲਦੀ ਹਾਂ। ਕੁਲ ਹੂੰ ਕੀ ਕਾਨ ਛੋਰੋਂ ਰਾਜਸੀ ਕੇ ਸਾਜ ਤੋਰੋਂ ਸੰਗ ਤੇ ਨਾ ਮੋਰੋਂ ਮੁਖ ਐਸੋ ਕੇ ਵਿਚਾਰ ਹੋਂ। ਕੁਲ ਦੀ ਮਰਿਆਦਾ ਨੂੰ ਛੱਡਦੀ ਹਾਂ, ਰਾਜਸੀ ਸਾਜ ਤੋੜਦੀ ਹਾਂ, ਪਰ ਤੇਰੇ ਨਾਲ ਜਾਣ ਤੋਂ ਮੂੰਹ ਨਹੀਂ ਮੋੜਾਂਗੀ
ਅਜਿਹਾ ਵਿਚਾਰ ਕਰਦੀ ਹਾਂ। ਮੁੰਦਰਾ ਕਾਨ ਤਾਰੋ ਸਾਰੇ ਮੁਖ ਪੈ ਵਿਭੂਤ ਡਾਰੋ। ਮੁੰਦਰਾ ਕਾਨ ਤਾਰੋਂ ਸਾਰੇ ਮੁਖ ਪੈ ਵਿਭੂਤ ਡਾਰੈ ਡਾਰੋਂ। ਮੁੰਦਰਾ ਕਾਨ ਤਾਰੋਂ ਸਾਰੇ ਮੁਖ ਪੈ ਵਿਭੂਤ ਡਾਰੋਂ। ਹਠ ਕੋ ਨਾ ਹਾਰੋਂ ਪੂਤ ਰਾਜ ਸਾਜ ਜਾ ਰਹੋਂ। ਕੰਨਾਂ ਵਿੱਚ ਮੁੰਦਰਾ ਪਾ ਲਵਾਂਗੀ, ਸਾਰੇ ਮੂੰਹ ਉੱਤੇ ਸੁਆਹ ਮਲ ਲਵਾਂਗੀ। ਹੇ ਪੁੱਤਰ, ਹਠ ਤੋਂ ਨਹੀਂ ਹਾਰਾਂਗੀ, ਰਾਜ ਦੇ ਸਾਜ ਨੂੰ ਸਾੜਾਂਗੀ। ਜੁਗਿਆ ਕੋ ਕੀਨੋ ਬੇਸ ਕੌਸਲ ਕੇ ਛੋਰ। ਦੇਸ ਰਾਜਾ ਰਾਮਚੰਦਰ ਜੂ ਕੇ ਸੰਗ ਹੀ ਸਿਧਾਰ ਹੋਂ। ਯੋਗੀਆਂ ਵਾਲਾ ਭੇਸ ਕਰਕੇ ਕੌਸ਼ਲ ਦੇਸ਼ ਦੇ ਕਲੇਸ਼ਾਂ ਨੂੰ ਛੱਡ ਕੇ ਰਾਜਾ ਰਾਮਚੰਦਰ ਜੀ ਦੇ ਨਾਲ ਬਣ ਨੂੰ ਜਾਵਾਂਗੀ। ਅਪੂਰਬ ਛੰਦ। ਕਾਨਨੇ ਕੇ ਰਾਮ, ਰਾਮਚੰਦਰ ਬਣ ਵਿੱਚ ਗਏ ਹਨ। ਧਰਮ ਕਰਮਨ ਤਾਮ, ਜਿਹੜੇ ਧਰਮ ਕਰਮ ਦਾ ਘਰ ਹਨ। ਲਛਨੈ ਲੈ ਸੰਗ, ਲਛਮਣ ਨੂੰ ਨਾਲ ਲੈ ਗਏ। ਜਾਨਕੀ ਸੁਪੰਗ, ਸੁੰਦਰ ਸੀਤਾ ਵੀ ਨਾਲ ਲੈ ਗਏ ਹਨ। ਤਾਤ ਤਿਆਗੇ ਪ੍ਰਾਨ, ਪਿਤਾ ਨੇ ਪ੍ਰਾਣ ਤਿਆਗ ਦਿੱਤੇ ਹਨ। ਉਤਰੇ ਬਯੋਮਾਨ, ਉਸ ਲਈ ਸਵਰਗ ਤੋਂ ਵਿਮਾਨ ਉਤਰੇ ਹਨ। ਵਿਚਰੇ ਵਿਚਾਰ, ਇੱਧਰ ਅਨੇਕ ਮੰਤਰੀ ਬੈਠ ਕੇ ਮੰਤਰੀਅਨ ਅਪਾਰ ਵਿਚਾਰ ਵਟਾਦਰਾ ਕਰ ਰਹੇ ਹਨ। ਬੈਠਿਓ ਵਸਿਸ਼ਟ, ਵਸ਼ਿਸ਼ਟ ਬੈਠੇ ਹਨ। ਸਰਬ ਬਿਪ ਇਸ਼ਟ, ਜੋ ਸਾਰਿਆਂ ਬ੍ਰਾਹਮਣਾਂ ਦੇ ਪੂਜਣ ਯੋਗ ਹਨ। ਮੁਕੱਲਿਓ ਕਾਗਦ, ਭਰਤ ਨੂੰ ਪੱਤਰ ਭੇਜਿਆ ਹੈ। ਪਠੇ ਮਾਗਧ, ਜਿਸ ਲਈ ਮਾਗਧ ਦੂਤ ਨੂੰ ਘੱਲਿਆ ਹੈ। ਸੰਕ ਰੇਸਾਵੰਤ, ਪ੍ਰਤੀਨਿਧ ਸਾਮੰਤਾਂ ਨੇ ਬੈਠ ਕੇ ਮਤੇ ਮਤੰਤ ਤਜਵੀਜ਼ਾਂ ਕੀਤੀਆਂ। ਮੁਕੱਲੇ ਕੇ ਦੂਤ ਅਤੇ ਪੌਂਡ ਦੇ ਪੁੱਤਰ ਵਾਂਗ ਤੇਜ ਚੱਲਣ ਵਾਲੇ। ਪੌਣ ਕੇਸੇ ਪੂਤ, ਦੂਤ ਭੇਜ ਦਿੱਤੇ ਹਨ। ਅਸਤਨ ਦਯਨ ਲਾਖ, ਅਸਤਨ ਦਯਨ ਲਾਖ, 8 ਨਦੀਆਂ ਲੰਘ ਕੇ ਦੂਤ ਗੇ ਚਰਬਾਖ। ਸੁਜਾਨ ਦੂਤ ਚਲੇ ਗਏ। ਭਰਤ ਆ ਗਏ ਜਹਾਂ, ਅੱਗੇ ਭਰਤ ਜਿੱਥੇ ਰਹਿੰਦਾ ਸੀ। ਜਾਤ ਪੇ ਤੇ ਤਹਾਂ, ਦੂਤ ਉੱਥੇ ਜਾ ਕੇ ਪਹੁੰਚੇ। ਉਚਰੇ ਸੰਦੇਸ, ਭਰਤ ਨੇ ਦੂਤ ਨੂੰ ਸੁਨੇਹਾ ਦਿੱਤਾ। ਉਰਦ ਗੇ ਅਉਤੇਸ, ਕਿ ਰਾਜਾ ਦਸ਼ਰਥ ਸਵਰਗ ਉਰਦ ਚਲੇ ਗਏ ਹਨ। ਪੱਤਰ ਬਾਚੇ ਭਲੇ, ਭਰਤ ਨੇ ਚੰਗੀ ਤਰ੍ਹਾਂ ਪੱਤਰ ਪੜ੍ਹ ਲਿਆ। ਲਾਗ ਸੰਗਨ ਚਲੇ, ਅਤੇ ਉਹਨਾਂ ਨਾਲ ਲੱਗ ਕੇ ਤੁਰ ਪਿਆ। ਕੋਪ ਜੀਅਨ ਜਗਿਓ, ਭਰਤ ਦੇ ਜੀਏ ਵਿੱਚ ਕ੍ਰੋਧ ਜਾਗ ਪਿਆ। ਧਰਮ ਪਰਮਨ ਭਗਿਓ, ਧਰਮ ਦਾ ਭਰਮ ਮਿਟ ਗਿਆ। ਕਾਸਮੀਰਨ ਤਜਿਓ, ਕਸ਼ਮੀਰ ਨੂੰ ਛੱਡ ਦਿੱਤਾ। ਰਾਮ ਰਾਮਨ ਭਜਿਓ, ਅਤੇ ਰਾਮ ਨਾਮ ਜਪਣ ਲੱਗ ਪਿਆ। ਪੁਜੇ ਅਵਧ, ਅਯੋਧਿਆ ਵਿੱਚ ਪਹੁੰਚ ਗਿਆ। ਸੂਰਮਾ ਸਨੱਧ, ਹਥਿਆਰਬੰਦ ਸੂਰਮਾ ਭਰਤ। ਹੇਰਿਓ ਅਉਤੇਸ, ਆਉਦ ਦੇ ਰਾਜੇ ਦਸ਼ਰਥ ਨੂੰ ਵੇਖਿਆ। ਮਰਤੰਕਨ ਕੇ ਪੇਸ, ਮੁਰਦਾ ਰੂਪ ਵਿੱਚ। ਭਰਤ ਬਾਚ ਕੇ ਕਈ ਸੌ, ਕੈਕਈ ਪ੍ਰਤੀ ਭਰਤ ਨੇ ਕਿਹਾ। ਲਖਿਓ ਕਸੂਤ, ਜਦੋਂ ਉੱਥੇ ਪਹੁੰਚ ਕੇ ਬੇਮਰਿਆਦਗੀ ਵੇਖੀ।
ਬੋਲਿਓ ਸਪੂਤ। ਤਾਂ ਸਪੁੱਤਰ ਭਰਤ ਨੇ ਕਿਹਾ, ਤ੍ਰਿਗ ਮਇਆ ਤੋਹੇ। ਹੇ ਮਾਤਾ, ਤੈਨੂੰ ધિਕਾਰ ਹੈ। ਲੱਜ ਲਾਇਆ ਮੋਹੇ, ਤੂੰ ਮੈਨੂੰ ਲਾਜ ਲਗਵਾਈ ਹੈ। ਕਾ ਕਰਿਓ ਕੁਕਾਜ, ਤੂੰ ਕਿਹੋ ਜਿਹਾ ਕੁਕਰਮ ਕੀਤਾ ਹੈ। ਕਯੋ ਜੀਏ ਨਿਲਾਜ, ਨਿਰਲਜ ਕਿਉਂ ਜੀ ਰਹੀ ਹੈ। ਮੋਹ ਜਾਬੇ ਤਹੀਂ, ਮੈਂ ਉੱਥੇ ਹੀ ਜਾਵਾਂਗਾ। ਰਾਮ ਹੈਗੇ ਜਹੀਂ, ਜਿੱਥੇ ਸ਼੍ਰੀ ਰਾਮ ਜੀ ਗਏ ਹਨ। ਕੁਸਮ ਬਚਿੱਤਰ ਛੰਦ। ਤਿੰਨ ਬਨਬਾਸੀ ਰਘੁਬਰ ਜਾਣੇ, ਉਸ ਭਰਤ ਨੇ ਰਾਮ ਨੂੰ ਬਣਵਾਸੀ ਜਾਣ ਕੇ ਦੁੱਖ ਸੁੱਖ ਸਮ ਕਰ ਸੁੱਖ ਦੁੱਖ ਮਾਣੇ। ਬਣ ਦੇ ਦੁੱਖਾਂ ਨੂੰ ਕਰ ਦੇ ਸੁੱਖਾਂ ਵਾਂਗ ਅਤੇ ਕਰ ਦੇ ਸੁੱਖਾਂ ਨੂੰ ਬਣ ਦੇ ਦੁੱਖਾਂ ਜਿਹਾ ਮੰਨਿਆ। ਬਲ ਕਲ ਤਰ ਕਰ ਅਬ ਬਨ ਜੈ ਹੈ, ਕਹਿਣ ਲੱਗਾ, ਬ੍ਰਿਛਾਂ ਦੀਆਂ ਛਿੱਲਾਂ ਦੇ ਬਸਤਰ ਧਾਰਨ ਕਰਕੇ ਹੁਣ ਮੈਂ ਬਣ ਨੂੰ ਜਾਵਾਂਗਾ। ਰਘੂਪਤ ਸੰਗ ਹਮ ਬਨ ਫਲ ਖੈ ਹੈ, ਅਤੇ ਰਾਮ ਚੰਦਰ ਨਾਲ ਮਿਲ ਕੇ ਬਣ ਦੇ ਫਲ ਖਾਵਾਂਗਾ। ਇਮ ਕਹਾਂ ਬਚਨਾ ਕਰ ਬਰ ਛੋਰੇ, ਭਰਤ ਨੇ ਇਸ ਤਰ੍ਹਾਂ ਦੇ ਬਚਨ ਕਹਿ ਕੇ ਘਰ-ਬਾਰ ਛੱਡ ਦਿੱਤਾ। ਬਲ ਕਲ ਤਰ ਤਨ ਭੂਖਨ ਤੋਰੇ, ਬ੍ਰਿਛ ਦੀਆਂ ਛਿੱਲਾਂ ਸਰੀਰ ਉੱਤੇ ਤਾਰ ਕੇ ਭੂਖਣ ਗਹਿਣੇ ਤੋੜ ਦਿੱਤੇ। ਅਵਥਿਸ ਜਾਰੇ, ਅਵਥਹ ਛਾੜਿਓ। ਰਾਜੇ ਦਸ਼ਰਥ ਦਾ ਸੰਸਕਾਰ ਕਰਕੇ ਭਰਤ ਨੇ ਅਯੋਧਿਆ ਨਗਰ ਛੱਡ ਦਿੱਤਾ। ਰਘੁਪਤ ਪਗ ਤਰ ਕਰ ਕਰ ਮਾੜਿਓ, ਅਤੇ ਸ਼੍ਰੀ ਰਾਮ ਚੰਦਰ ਦੇ ਚਰਨਾਂ ਵਿੱਚ ਆਪਣਾ ਘਰ ਬਣਾ ਲਿਆ। ਲਖ ਜਲ ਥਲ ਕਹਿ ਤਜ ਕੁਲ ਤਾਏ, ਜਲਾਂ ਥਲਾਂ ਨੂੰ ਵੇਖ ਕੇ ਸਭ ਨੂੰ ਛੱਡ ਕੇ ਅੱਗੇ ਤੁਰੇ। ਮਨ ਮਨ ਸੰਗ ਲੈ ਤਹਿ ਠਾ ਆਏ, ਮਨੋ ਮਨ ਸੰਗ ਲੈ ਤਹਿ ਠਾ ਆਏ, ਅਤੇ ਮਹਾਮੁਨੀਆਂ ਨੂੰ ਨਾਲ ਲੈ ਕੇ ਉਸ ਥਾਂ ਆ ਗਏ ਜਿੱਥੇ ਸ਼੍ਰੀ ਰਾਮ ਟਿਕੇ ਹੋਏ ਸਨ। ਲਖ ਬਲ ਰਾਮਨ ਖਲ ਦਲ ਪੀਰਨ, ਰਾਮ ਨੇ ਸੈਨਾ ਦੀ ਆਮਦ ਵੇਖ ਕੇ ਸਮਝਿਆ ਜੋ ਕਿਸੇ ਵੈਰੀ ਦਾ ਲਸ਼ਕਰ ਆ ਗਿਆ ਹੈ। ਗਹਿਤਨ ਪਾਣਨ ਸਿਤ ਤਰ ਤੀਰਨ, ਇਸ ਲਈ ਹੱਥ ਵਿੱਚ ਧਨੁਸ਼ ਫੜ ਕੇ ਉਸ ਉੱਤੇ ਤਿੱਖਾ ਤੀਰ ਧਰ ਲਿਆ। ਗਹਿਤਨ ਰਾਮਨ ਸਰਬਰ ਪੂਰਨ, ਰਾਮ ਨੇ ਜਦੋਂ ਧਨੁਸ਼ ਨੂੰ ਫੜ ਕੇ ਪੂਰੇ ਬਲ ਨਾਲ ਤੀਰ ਧਰਿਆ ਤਾਂ ਅਰਬਰ ਧਰੇ ਖਲ ਦਲ ਸੂਰਨ, ਇੰਦਰ ਕੰਬਣ ਲੱਗਿਆ ਅਤੇ ਸੂਰਜ ਵਿਆਕੁਲ ਹੋ ਗਿਆ। ਨਰ ਬਰ ਹਰਖੇ ਕਰ ਕਰ ਅਮਰਨ, ਕਰ ਕਰ ਵਿੱਚ ਭਲੇ ਪੁਰਸ਼ ਅਤੇ ਦੇਵਤੇ ਪ੍ਰਸੰਨ ਹੋ ਰਹੇ ਸਨ। ਅਮਰਰ ਥਰਕੇ ਲਹਿ ਕਰ ਸਮਰਨ, ਪਰ ਯੁੱਧ ਨੂੰ ਸਿਰ ਉੱਤੇ ਆਇਆ ਜਾਣ ਕੇ ਦੈਂਤ ਤੜਕ ਰਹੇ ਸਨ। ਤਬ ਚਿਤ ਆਪਣੇ ਪਰਥਰ ਜਾਣੀ, ਜਦ ਭਰਤ ਨੇ ਆਪਣੇ ਚਿੱਤ ਵਿੱਚ ਇਹ ਗੱਲ ਜਾਣੀ, ਰਨ ਰੰਗ ਰਾਤੇ ਰਘੁਬਰ ਮਾਨੀ, ਕਿ ਮੇਰੇ ਦਲ ਬਲ ਨੂੰ ਵੇਖ ਕੇ ਰਾਮ ਚੰਦਰ ਨੇ ਰਣ ਦਾ ਵਾਤਾਵਰਣ ਸਿਰਜ ਦਿੱਤਾ ਹੈ। ਦਲ ਬਲ ਤਜ ਕਰ ਇਕੱਲੇ ਨਿਸਰੇ, ਉਹ ਤਲ ਬਲ ਨੂੰ ਛੱਡ ਕੇ ਇਕੱਲੇ ਬਾਹਰ ਆ ਗਏ। ਰਘੁਬਰ ਨਿਰਖੇ ਸਭ ਦੁੱਖ ਬਿਸਰੇ, ਅਤੇ ਰਾਮ ਚੰਦਰ ਨੂੰ ਵੇਖ ਕੇ ਸਾਰੇ ਦੁੱਖ ਭੁੱਲ ਗਏ। ਦ੍ਰਿਗ ਜਬ ਨਿਰਖੇ ਪਟ ਮਣ ਰਾਮਨ, ਜਦੋਂ ਸੂਰਮਿਆਂ ਦੇ ਸ਼੍ਰੋਮਣੀ ਰਾਮ ਨੂੰ ਅੱਖੀ ਵੇਖਿਆ।
ਸਿਰ ਤਰ ਟੇਕਿਅਨ ਤਜ ਕਰ ਕਾਮਨ, ਤਾਂ ਕਾਮਨਾ ਨੂੰ ਤਿਆਗ ਕਰਕੇ ਧਰਤੀ ਤੇ ਸਿਰ ਰੱਖ ਕੇ ਮੱਥਾ ਟੇਕਿਆ। ਇਮ ਗਤ ਲਖ ਕਰ ਰਘੁਪਤ ਜਾਣੀ, ਇਸ ਸਥਿਤੀ ਨੂੰ ਵੇਖ ਕੇ ਰਾਮਚੰਦਰ ਨੇ ਇਹ ਗੱਲ ਜਾਣ ਲਈ। ਪਰਥਰ ਆਏ ਤਜ ਰਜਤਾਨੀ, ਕਿ ਰਾਜਧਾਨੀ ਛੱਡ ਕੇ ਪਰਥ ਆਇਆ ਹੈ। ਰਿਪਹਾ ਨਿਰਖੇ ਪਰਥਰ ਜਾਣੇ, ਪਰਥ ਨੂੰ ਪਛਾਣ ਕੇ ਅਤੇ ਸ਼ਤਰੂਘਨ ਰਿਪਹਾ ਨੂੰ ਵੇਖ ਕੇ ਅਵਥਿਸ ਮੂਏ ਤਿਨ ਮਾਨ ਮਾਨੇ, ਸ਼੍ਰੀ ਰਾਮ ਤੇ ਲਛਮਣ ਨੇ ਮਨ ਵਿੱਚ ਰਾਜੇ ਦਸ਼ਰਥ ਦਾ ਦੇਹਾਂਤ ਮੰਨ ਲਿਆ। ਰਘੁਬਰ ਲਛਮਣ ਪਰ ਹਰ ਬਾਨਨ, ਰਾਮ ਤੇ ਲਛਮਣ ਵੀ ਧਨੁਸ਼ ਬਾਣ ਨੂੰ ਛੱਡ ਕੇ ਗਿਰ ਤਰ ਆਏ ਤਜ ਅਭਿਮਾਨਨ, ਅਤੇ ਅਭਿਮਾਨ ਨੂੰ ਤਿਆਗ ਕੇ ਪਹਾੜ ਤੋਂ ਹੇਠਾਂ ਉਤਰ ਆਏ। ਦਲ ਬਲ ਤਜ ਕਰ ਮਿਲ ਗਲ ਰੋਏ, ਦਲ ਬਲ ਨੂੰ ਛੱਡ ਕੇ ਚਾਰੇ ਭਰਾ ਇੱਕ ਦੂਜੇ ਦੇ ਗਲ ਮਿਲ ਕੇ ਰੋਏ ਅਤੇ ਕਹਿਣ ਲੱਗੇ, ਦੁੱਖ ਕਸ ਬਿਦ ਦੀਆ ਸੁਖ ਸਭ ਖੋਏ, ਵਿਦਾਤਾ ਨੇ ਕਿਹੋ ਜਿਹੇ ਦੁੱਖ ਦਿੱਤਾ ਹੈ ਅਤੇ ਸਾਰੇ ਸੁੱਖ ਖੋ ਲਏ ਹਨ। ਅਬ ਕਰ ਚਲੀਏ ਰਘੁਬਰ ਮੇਰੇ, ਭਰਤ ਨੇ ਕਿਹਾ, ਹੇ ਮੇਰੇ ਸੁਆਮੀ, ਹੇ ਮੇਰੇ ਰਘੁਬਰ, ਹੁਣ ਘਰ ਨੂੰ ਚਲੋ। ਤਜ ਹਠ ਲਾਗੇ ਸਭ ਪਗ ਤੇਰੇ, ਹਠ ਛੱਡ ਦਿਓ, ਅਸੀਂ ਸਾਰੇ ਤੁਹਾਡੇ ਪੈਰੀ ਪੈਂਦੇ ਹਾਂ। ਰਾਮ ਬਾਚ ਭਰਤ ਸੋਂ, ਭਰਤ ਪ੍ਰਤੀ ਸ਼੍ਰੀ ਰਾਮ ਨੇ ਕਿਹਾ, ਕੰਠ ਅਭੂਕਨ ਛੰਦ, ਭਰਤ ਕੁਮਾਰ ਨ ਔਹਟ ਕੀਜੇ, हे ਭਰਤ ਕੁਮਾਰ ਜ਼ਿੱਦ ਨਾ ਕਰੋ, ਜਹਾਂ ਕਰੇ ਨਾ ਹਮੇ ਦੁੱਖ ਦੀਜੇ, ਘਰ ਨੂੰ ਜਾਓ, ਸਾਨੂੰ ਦੁੱਖ ਨਾ ਦਿਓ। ਰਾਜ ਕਹਿਓ ਜੋ ਹਮੇ ਹਮ ਮਾਨੀ, ਜੋ ਕੰਮ ਰਾਜਾ ਦਸ਼ਰਥ ਨੇ ਸਾਨੂੰ ਕਿਹਾ ਹੈ ਉਹ ਅਸਾਂ ਮੰਨ ਲਿਆ ਹੈ। ਤ੍ਰਿਯੋਦਸ ਬਰਖ ਬਸੇ ਬਨ ਤਾਨੀ, 13 ਸਾਲ ਅਸੀਂ ਬਣ ਵਿੱਚ ਵਸਾਂਗੇ। ਤ੍ਰਿਯੋਦਸ ਬਰਖ ਬਿਤੇ ਫਿਰ ਐ ਹੈ, 13 ਸਾਲ ਬੀਤਣ ਤੋਂ ਬਾਅਦ ਅਸੀਂ ਫਿਰ ਆਵਾਂਗੇ। ਰਾਜ ਸਿੰਘਾਸਨ ਛਤਰ ਸੁਹੈ ਹੈ, ਫਿਰ ਰਾਜ ਸਿੰਘਾਸਨ ਅਤੇ ਛਤਰ ਨੂੰ ਧਾਰਨ ਕਰਾਂਗੇ। ਜਾਹੂ ਘਰੇ ਸਿੱਖ ਮਾਨ ਹਮਾਰੀ, ਤੁਸੀਂ ਘਰ ਜਾ ਕੇ ਮੇਰੀ ਸਿੱਖ ਮੰਨ, ਕਿਉਂਕਿ ਰੋਵਤ ਤੋਰ ਉਤੇ ਮਹਤਾਰੀ, ਉਧਰ ਤੇਰੀ ਮਾਤਾ ਰੋ ਰਹੀ ਹੈ। ਭਰਤ ਬਾਚ ਰਾਮ ਪ੍ਰਤੀ, ਰਾਮ ਪ੍ਰਤੀ ਭਰਤ ਨੇ ਕਿਹਾ, ਕੰਠ ਅਪੂਕਨ ਛੰਦ, ਜਾਉ ਕਹਾਂ ਪਗ ਪੇਟ ਕਹੂੰ ਤੁਹੂੰ, ਕਿੱਥੇ ਜਾਵਾਂ ਤੁਹਾਡੇ ਚਰਨਾਂ ਨੂੰ ਛੋਹ ਕੇ ਕਹਿੰਦਾ ਹਾਂ, ਹੇ ਰਾਮ। ਲਾਜ ਨ ਲਾਗਤ ਰਾਮ ਕਹੋ ਮੋਹ, ਮੈਨੂੰ ਦੱਸੋ ਕਿ ਰਾਜ ਕਰਦਿਆਂ ਮੈਨੂੰ ਲਾਜ ਨਹੀਂ ਆਏਗੀ। ਮੈਂ ਅਤ ਦੀਨ ਮਲੀਨ ਬਿਨਾਗਤ, ਕਿਉਂਕਿ ਮੈਂ ਅਤ ਦੀਨ ਮਲੀਨ ਅਤੇ ਮਰਿਆਦਾ ਤੋਂ ਬਿਨਾਂ ਹਾਂ। ਰਾਖ ਲੈ ਰਾਜ ਬਿਖੇ ਚਰਨਾਮ੍ਰਿਤ, ਇਸ ਲਈ ਆਪਣੇ ਰਾਜ ਨੂੰ ਲੈ ਕੇ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਲਵੋ। ਚਚ ਬਿਹੀਨ ਸੁਪੱਛ ਜਮਨ ਕਰ, ਜਿਸ ਤਰ੍ਹਾਂ ਅੱਖਾਂ ਤੋਂ ਬਿਨਾਂ ਪੰਛੀ ਡਿੱਗ ਪੈਂਦਾ ਹੈ, ਤਿਉਂ ਪ੍ਰਭ ਤੀਰ ਗਿਰਿਓ ਪਗ ਪਰਥਰ, ਉਸੇ ਤਰ੍ਹਾਂ ਸ਼੍ਰੀ ਰਾਮ ਜੀ ਨੇ ਦੇ ਚਰਨ ਕੋਲ ਭਰਤ ਡਿੱਗ ਪਿਆ। ਅੰਕ ਰਹੇ ਗਹਿ ਰਾਮ ਤਿਸੇ ਤਬ,
ਸ਼੍ਰੀ ਰਾਮ ਨੇ ਉਸੇ ਵੇਲੇ ਉਸ ਨੂੰ ਫੜ ਕੇ ਗਲੇ ਲਾ ਲਿਆ। ਰੋ ਮਿਲੇ ਲਛਨਾਦ ਪਿਆ ਸਭ। ਇੰਨੇ ਨੂੰ ਲਛਮਣ ਆਦਿ ਸਾਰੇ ਭਰਾ ਰੋ ਰੋ ਕੇ ਗਲੇ ਲੱਗੇ। ਪਾਨ ਪਿਆਏ ਜਗਾਏ ਸੂ ਬਿਰਹ। ਪਾਣੀ ਪਿਲਾ ਕੇ ਸ਼੍ਰੀ ਰਾਮ ਨੇ ਭਰਾ ਨੂੰ ਸੁਚੇਤ ਕੀਤਾ। ਫੇਰ ਕਹਿਓ ਹਸ ਸ਼੍ਰੀ ਰਘੁਬੀਰਹ। ਅਤੇ ਫਿਰ ਸ਼੍ਰੀ ਰਾਮ ਨੇ ਹੱਸ ਕੇ ਕਿਹਾ, ਤ੍ਰਿਓਦਸ ਬਰਖ ਗਏ ਫਿਰ ਐਂ। 13 ਸਾਲ ਬੀਤਣ ਤੇ ਅਸੀਂ ਪਰਤ ਆਵਾਂਗੇ। ਜਾਹੋ ਹਮੇ ਕਛ ਕਾਜ ਕਿਵੈ ਹੈ। ਜਾਹੋ ਹਮੇ ਕਛ ਕਾਜ ਕਿਵੈ ਹੈ। ਹੁਣ ਤੂੰ ਘਰ ਨੂੰ ਜਾ, ਅਸਾਂ ਬਣ ਵਿੱਚ ਕੁਛ ਕੰਮ ਕਰਨਾ ਹੈ। ਚੀਨ ਗਏ ਚਤੁਰਾ ਚਿੱਤ ਮੋ ਸਭ। ਸਾਰੇ ਚਤੁਰ ਪੁਰਸ਼ ਚਿੱਤ ਵਿੱਚ ਸਮਝ ਗਏ ਕਿ ਸ਼੍ਰੀ ਰਾਮ ਚੰਦਰ ਦਾ ਬਣ ਵਿੱਚ ਆਉਣ ਦਾ ਹੋਰ ਹੀ ਉਦੇਸ਼ ਹੈ। ਸ਼੍ਰੀ ਰਘੁਬੀਰ ਕਹੀ ਅਸ ਕੈ ਜਬ। ਜਦੋਂ ਸ਼੍ਰੀ ਰਾਮ ਨੇ ਇਸ ਤਰ੍ਹਾਂ ਨਾਲ ਗੱਲ ਕਹੀ, ਮਾਤ ਸਮੋਧ ਸਿਉ ਪਾਵਰੀ ਲੀਨੀ। ਸ਼੍ਰੀ ਰਾਮ ਵੱਲੋਂ ਦਿੱਤੇ ਉਚਿਤ ਗਿਆਨ ਤੋਂ ਮਾਤ ਖਾ ਕੇ ਅਰਥਾਤ ਮੰਨ ਕੇ ਭਰਤ ਨੇ ਸ਼੍ਰੀ ਰਾਮ ਦੀਆਂ ਖੜਾਵਾਂ ਚੁੱਕ ਲਈਆਂ। ਔਰ ਬਸੇ ਪੁਰ ਔਧ ਨ ਚੀਨੀ। ਅਤੇ ਮਨ ਵਿੱਚ ਸੰਕਲਪ ਕਰ ਲਿਆ ਕਿ ਕਿਸੇ ਹੋਰ ਨਗਰ ਵਿੱਚ ਵਸਾਂਗਾ, ਅਯੋਧਿਆ ਵੱਲ ਨਹੀਂ ਝਾਕਾਂਗਾ। ਸੀਸ ਜਟਾਨ ਕੋ ਜੂਟ ਧਰੇ ਪਰ। ਭਰਤ ਨੇ ਸਿਰ ਉੱਤੇ ਜਟਾਵਾਂ ਦਾ ਸੁੰਦਰ ਜੂੜਾ ਧਾਰ ਲਿਆ। ਰਾਜ ਸਮਾਜ ਦਿਓ ਪਉਆ ਪਰ। ਅਤੇ ਰਾਜ ਦਾ ਭਾਰ ਸ਼੍ਰੀ ਰਾਮ ਦੀਆਂ ਖੜਾਵਾਂ ਉੱਤੇ ਪਾ ਦਿੱਤਾ। ਰਾਜ ਕਰੇ ਦਿਨ ਹੋਤ ਉਜਿਆਰੇ। ਦਿਨ ਦਾ ਚਾਨਣ ਹੋਣ ਤੇ ਭਰਤ ਰਾਜ ਦੇ ਕੰਮ ਕਰਦਾ। ਰੈਣ ਭਏ ਰਘੁਰਾਜ ਸੰਭਾਰੇ। ਅਤੇ ਰਾਤ ਹੋਣ ਤੇ ਸ਼੍ਰੀ ਰਾਮ ਦਾ ਸਿਮਰਨ ਕਰਦਾ। ਜੱਜਰ ਪਇਓ ਚੁਰ ਚੰਚਰ ਜਿਉ ਤਨ। ਜੱਜਰ ਪਇਓ ਝੁਰ ਝੰਝਰ ਜਿਉ ਤਨ। ਝੂਰ ਝੂਰ ਕੇ ਭਰਤ ਦਾ ਸਰੀਰ ਸੁੱਕੇ ਹੋਏ ਬ੍ਰਿਛ ਵਾਂਗ ਖੋਖਲਾ ਹੋ ਗਿਆ। ਰਾਖਤ ਸ਼੍ਰੀ ਰਘੁਰਾਜ ਬਿਖੇ ਮਨ। ਪਰ ਮਨ ਵਿੱਚ ਸ਼੍ਰੀ ਰਾਮ ਨੂੰ ਵਸਾਈ ਰੱਖਿਆ। ਪੈਰ ਨਿਕੇ ਰਨ ਬਿੰਦ ਨਿਕੰਦਤ। ਉਹ ਵੈਰੀਆਂ ਦੇ ਸਮੂਹ ਨੂੰ ਰਣ ਵਿੱਚ ਨਸ਼ਟ ਕਰਦਾ। ਪਾਖਤ ਕੰਠ ਅਭੂਕਨ ਛੰਦਤ। ਇਹ ਪ੍ਰਾਪਤੀਆਂ ਉਸ ਦੇ ਗਲੇ ਵਿੱਚ ਗਹਿਣਿਆਂ ਵਾਂਗ ਜਾਪਦੀਆਂ ਸਨ। ਝੂਲਾ ਛੰਦ। ਝੂਲਾ ਛੰਦ। ਇਤੇ ਰਾਮ ਰਾਜਨ। ਬਣ ਵਿੱਚ ਰਾਜਾ ਰਾਮ ਕਰੇ ਦੇਵ ਕਾਜਨ। ਦੇਵਤਿਆਂ ਦੇ ਕੰਮ ਕਰਦੇ ਹਨ। ਤਰੋ ਬਾਣ ਪਾਨਨ। ਹੱਥ ਵਿੱਚ ਧਨੁਸ਼ ਬਾਣ ਧਰਿਆ ਹੋਇਆ ਹੈ। ਪਰੇ ਬੀਰ ਮਾਨਨ। ਅਤੇ ਸੂਰਵੀਰਤਾ ਦੇ ਗੌਰਵ ਨਾਲ ਭਰਪੂਰ ਹਨ। ਜਹਾਂ ਸਾਲ ਪਾਰੇ। ਜਿੱਥੇ ਸਾਲ ਦੇ ਵੱਡੇ ਦਰਖਤ ਸਨ। ਦੁਮਰਨ ਤਾਲ ਨਿਆਰੇ। ਅਤੇ ਵੱਖਰੀ ਤਰ੍ਹਾਂ ਦੇ ਤਾਲ ਦੇ ਬ੍ਰਿਛ ਸਨ। ਛੁਏ ਸੁਰਗ ਲੋਕਨ। ਜੋ ਆਕਾਸ਼ ਨੂੰ ਛੋਹ ਰਹੇ ਸਨ। ਹਰੇ ਜਾਤ ਸੋਕਨ। ਅਤੇ ਸੋਗ ਦੂਰ ਕਰਨ ਵਾਲੇ ਸਨ। ਤਹਾਂ ਰਾਮ ਬੈਠੇ। ਉਸ ਬਣ ਵਿੱਚ ਸ਼੍ਰੀ ਰਾਮ ਜਾ ਵੜੇ। ਮਹਾਬੀਰ ਐਠੇ। ਜੋ ਬਹੁਤ ਗੌਰਵਸ਼ਾਲੀ ਵੀਰ ਸਨ।
ਲਿਏ ਸੰਗ ਸੀਤਾ। ਉਹਨਾਂ ਨੇ ਸੀਤਾ ਜੀ ਨੂੰ ਨਾਂ ਲਿਆ ਹੋਇਆ ਹੈ ਮਹਾ ਸੁਭ੍ਰ ਗੀਤਾ, ਜੋ ਦੈਵੀ ਗੀਤ ਦੇ ਸਮਾਨ ਹੈ। ਬਿੰਦੂ ਬਾਗ ਬੈਣੀ, ਉਹ ਕੋਇਲ ਵਰਗੇ ਬੋਲ ਵਾਲੀ। ਮ੍ਰਿਗੀ ਰਾਜ ਨੈਣੀ, ਹਿਰਨ ਵਰਗੀਆਂ ਅੱਖਾਂ ਵਾਲੀ। ਕੰਟਨ ਛੀਨ ਦੇਸੀ, ਪਤਲੇ ਲੱਕ ਵਾਲੀ। ਪਰੀ ਪਦਮਨੀ ਸੀ ਅਤੇ ਪਰੀ ਜਾਂ ਪਦਮਨੀ ਵਰਗੀ ਸੁੰਦਰ ਹੈ। ਚੂਲਨਾ ਛੰਦ। ਚੜੇ ਪਾਨ ਬਾਣੀ ਤਰੇ ਸਾਨ ਮਾਨੋ, ਚਛਾ ਬਾਨ ਸੋਹੇ ਦਊ ਰਾਮ ਰਾਣੀ। ਸੀਤਾ ਦੇ ਦੋਵੇਂ ਨੇਤਰ ਬਾਣ ਵਾਂਗੂ ਸ਼ੋਭਦੇ ਹਨ, ਮਾਨੋ ਸਾਣ ਦੇ ਤੇਜ਼ ਕੀਤੇ ਹੋਏ ਬਾਣ ਹੋਣ। ਫਿਰੇ ਖਿਆਲ ਸੋ ਏਕ ਹਵਾਲ ਸੇਤੀ, ਛੁਟੇ ਇੰਦਰ ਸੇਤੀ ਮਨੋ ਇੰਦਰ ਤਾਨੀ। ਸੀਤਾ ਆਪਣੇ ਖਿਆਲ ਵਿੱਚ ਡੁੱਬੀ ਇੰਜ ਫਿਰ ਰਹੀ ਸੀ, ਮਾਨੋ ਇੰਦਰ ਤਾਨੀ ਨੂੰ ਖੁਆ ਕੇ ਇੰਦਰ ਫਿਰ ਰਿਹਾ ਹੋਵੇ। ਮਨੋ ਨਾਗ ਬਾਕੇ ਲਜੀ ਆਬ ਫਾਕੇ, ਰੰਗੇ ਰੰਗ ਸੁਹਾਬ ਸੋ ਰਾਮ ਬਾਰੇ। ਸੀਤਾ ਦੀਆਂ ਜ਼ੁਲਫਾਂ ਮਾਨੋ ਕੁੰਡਲਦਾਰ ਸੱਪ ਹੋਣ। ਹੋਠਾਂ ਨੂੰ ਵੇਖ ਕੇ ਅੰਬ ਦੀਆਂ ਫਾੜੀਆਂ ਸ਼ਰਮਸਾਰ ਹੁੰਦੀਆਂ ਹਨ। ਹੋਂਠ ਸੁਰਖ ਰੰਗ ਨਾਲ ਰੰਗੇ ਹੋਏ ਹਨ ਸੀਤਾ ਦੇ ਨੈਣਾਂ ਨੂੰ ਵੇਖ ਕੇ। ਮ੍ਰਿਗਾ ਦੇਖ ਮੋਹੇ ਲਖੇ ਮੀਨ ਰੋਹੇ, ਜਿਨੇ ਨੈਕ ਚੀਨੇ ਤਿਨੋਂ ਪ੍ਰਾਨ ਵਾਰੇ। ਮ੍ਰਿਗ ਮੋਹਿਤ ਹੁੰਦੇ ਹਨ, ਮੱਛੀ ਵੇਖ ਕੇ ਗੁੱਸਾ ਕਰਦੀ ਹੈ। ਜਿਸ ਨੇ ਰਤਾ ਭਰ ਵੀ ਉਹ ਨੈਣ ਦੇਖ ਲਏ, ਉਸਨੇ ਪ੍ਰਾਣ ਵਾਰਨੇ ਕਰ ਦਿੱਤੇ। ਸੁਨੇ ਕੂਕ ਕੇ ਕੋਕਲਾ, ਕੋਪ ਕੀਨੇ ਮੁਖਨ ਦੇਖ ਕੇ ਚੰਦ ਦਾਰੇਰ ਖਾਏ। ਸੀਤਾ ਦੇ ਬੋਲਾਂ ਨੂੰ ਸੁਣ ਕੇ ਕੋਇਲ ਨੇ ਗੁੱਸਾ ਕੀਤਾ ਅਤੇ ਮੁਖ ਨੂੰ ਵੇਖ ਕੇ ਚੰਦਰਮਾ ਨੇ ਵਟ ਖਾਇਆ। ਲਖੇ ਨੈਣ ਬਾਂਕੇ ਮਨੇ ਮੀਨ ਮੋਹੇ, ਲਖੇ ਜਾਤ ਕੇ ਸੂਰ ਕੀ ਜੋਤ ਛਾਈ। ਸੀਤਾ ਦੇ ਸੁੰਦਰ ਨੈਣ ਵੇਖ ਕੇ ਮਾਨੋ ਮੱਛੀ ਮੋਹਿਤ ਹੋ ਰਹੀ ਹੈ। ਸਰੀਰ ਦੀ ਸੁੰਦਰਤਾ ਅੱਗੇ ਨਵੇਂ ਨਿਕਲੇ ਸੂਰਜ ਦੀ ਜੋਤ ਫਿੱਕੀ ਪੈ ਗਈ ਹੈ। ਮਨੋ ਫੂਲ ਫੂਲੇ ਲਗੇ ਨੈਣ ਝੂਲੇ, ਲਖੇ ਲੋਗ ਭੂਲੇ ਬਨੇ ਜੋਰ ਐਸੇ। ਮਸਤੀ ਨਾਲ ਨੈਣ ਇਸ ਤਰ੍ਹਾਂ ਝੂਲਦੇ ਹਨ, ਨੈਣਾਂ ਦਾ ਅਜਿਹਾ ਜੋੜ ਜੁੜਿਆ ਹੈ। ਲਖੇ ਨੈਣ ਤਾਰੇ ਬਿਧੇ ਰਾਮ ਪਿਆਰੇ, ਰੰਗੇ ਰੰਗ ਸਾਰਾਬ ਸੁਹਾਬ ਜੈਸੇ। ਹੇ ਸੀਤਾ, ਤੇਰੇ ਨੈਣਾਂ ਨੂੰ ਵੇਖ ਕੇ ਸ਼੍ਰੀ ਰਾਮ ਇਸ ਤਰ੍ਹਾਂ ਵਿੰਨੇ ਗਏ ਹਨ, ਜਿਸ ਤਰ੍ਹਾਂ ਸ਼ਰਾਬ ਦੇ ਸੂਹੇ ਰੰਗ ਵਿੱਚ ਮਤਵਾਲੇ ਰੰਗੇ ਜਾਂਦੇ ਹਨ। ਰੰਗੇ ਰੰਗ ਰਾਤੇ ਮਯਨ ਮਤ ਮਾਤੇ, ਮਕਬੂਲ ਗੁਲਾਬ ਕੇ ਫੂਲ ਸੋਹੇ। ਸੀਤਾ ਦੇ ਨੈਣ ਲਾਲ ਰੰਗ ਦੇ ਰੱਤੇ ਹੋਏ ਹਨ, ਜਾਂ ਸ਼ਰਾਬ ਦੀ ਮਸਤੀ ਨਾਲ ਮਤਵਾਲੇ ਹਨ, ਜਾਂ ਮਨ ਭਾਉਂਦੇ ਗੁਲਾਬ ਦੇ ਫੁੱਲ ਸ਼ੋਭਾ ਪਾ ਰਹੇ ਹਨ। ਨਰਗਸ ਨੇ ਦੇਖ ਕੇ ਨਾਕ ਐਂਠਾਂ, ਮ੍ਰਿਗੀਰਾਜ ਕੇ ਦੇਖ ਤੈਂ ਮਾਨ ਮੋਹੇ। ਉਹਨਾਂ ਨੈਣਾਂ ਨੂੰ ਵੇਖ ਕੇ ਨਰਗਿਸ ਨੇ ਨੱਕ ਚਾੜ੍ਹਿਆ ਹੈ। ਉਹਨਾਂ ਉੱਤੇ ਰਾਤ ਦਿਨ ਸਭੋ ਰੋਜ਼ ਸ਼ਰਾਬ ਨੇ ਅਸਰ ਕੀਤਾ ਹੋਇਆ ਹੈ। ਸਭੋ ਰੋਜ਼ ਸ਼ਰਾਬ ਨੇ ਸੋਰ ਲਾਇਆ, ਪ੍ਰਜਾ ਆਮ ਜਹਾਨ ਕੇ ਪੇਖਵਾਰੇ। ਇਹਨਾਂ ਨੈਣਾਂ ਨੂੰ ਵੇਖ ਕੇ ਸਾਰੀ ਪ੍ਰਜਾ ਅਤੇ ਸਾਰਾ ਜਹਾਨ
ਵਾਰਨੇ ਹੁੰਦਾ ਹੈ। ਪਵਾ ਤਾਨ ਕਮਾਨ ਕੀ ਪਾਤ, ਪਿਆਰਨ ਕਮਾਨ ਹੀ ਨੈਣ ਕੇ ਬਾਨ ਮਾਰੇ। ਪਿਆਰੀ ਸੀਤਾ ਦੀਆਂ ਭਵਾਂ ਖਿੱਚੀ ਹੋਈ ਕਮਾਨ ਵਾਂਗ ਟੇਢੀਆਂ ਹਨ। ਇਸ ਤਰ੍ਹਾਂ ਸੀਤਾ ਜੀ ਨੇ ਕਮਾਨ ਤੋਂ ਬਿਨਾਂ ਹੀ ਨੈਣਾਂ ਦੇ ਤੀਰ ਮਾਰੇ ਹਨ। ਕਬਿਤ। ਊਚੇ द्रुम साल जहाँ लाबे बट ताल, तहाँ ऐसी ठौर तप कऊ पधारे, ऐसो कौन है। ਜਿੱਥੇ ਉੱਚੇ ਉੱਚੇ ਸਾਲ ਦੇ ਬ੍ਰਿਛ ਹਨ, ਉੱਚੇ ਲੰਮੇ ਬੋਹੜ ਦੇ ਤਾੜ ਦੇ ਦਰਖਤ ਹਨ, ਅਜਿਹੀ ਥਾਂ ਉੱਤੇ ਤਪ ਕਰਨ ਨੂੰ ਜਾਵੋ, ਅਜਿਹਾ ਦਲੇਰ ਕੌਣ ਹੈ। जाकी छब देख दुत खाडव की फीकी लागे, आभा तकी नंदन बिलोक तजे मौन है। जिस दी सुंदरता ਨੂੰ ਵੇਖ ਕੇ ਇੰਦਰ ਦੇ ਖਾਡਵ ਬਣ ਦੀ ਸੁੰਦਰਤਾ ਫਿੱਕੀ ਲੱਗਦੀ ਹੈ ਅਤੇ ਉਸ ਦੀ ਛਵੀ ਨੂੰ ਵੇਖ ਕੇ ਇੰਦਰ ਦਾ ਨੰਦਨ ਬਾਗ ਚੁੱਪ ਕਰ ਜਾਂਦਾ ਹੈ। तारन की कहाँ नैक नभ न नेहरायो, जाए सूरज की जोत तहाँ चंद्र की न जौन है। ਤਾਰਿਆਂ ਦੀ ਕੀ ਗੱਲ ਹੈ, ਉੱਥੇ ਆਕਾਸ਼ ਵੀ ਵਿਖਾਈ ਨਹੀਂ ਦਿੰਦਾ, ਉੱਥੇ ਸੂਰਜ ਦਾ ਪ੍ਰਕਾਸ਼ ਅਤੇ ਚੰਦਰਮਾ ਦੀ ਚਾਨਣੀ ਵੀ ਪਹੁੰਚਦੀ ਨਹੀਂ ਹੈ। ਦੇਵ ਨਾ ਨਿਹਾਰਿਓ, ਕਉ ਦੈਤ ਨਾ ਬਿਹਾਰਿਓ, ਤਹਾਂ ਪੰਛੀ ਕੀ ਨਾ ਗਮ, ਜਹਾਂ ਚੀਟੀ ਕੋ ਨਾ ਗੌਨ ਹੈ। ਉਸ ਨੇ ਕਿਸੇ ਦੇਵਤੇ ਨੇ ਨਹੀਂ ਵੇਖਿਆ, ਉਸ ਨੂੰ ਕਿਸੇ ਦੇਵਤੇ ਨੇ ਨਹੀਂ ਵੇਖਿਆ, ਉਸ ਜਗ੍ਹਾ ਕੋਈ ਦੈਂਤ ਵੀ ਨਹੀਂ ਪਹੁੰਚਿਆ, ਉੱਥੇ ਪੰਛੀ ਦੀ ਪਹੁੰਚ ਨਹੀਂ ਤੇ ਨਾ ਹੀ ਕੀੜੀ ਦੀ ਪਹੁੰਚ ਹੈ। ਅਪੂਰਵ ਛੰਦ। ਲਖੀਏ ਅਲਖ। ਸ਼੍ਰੀ ਰਾਮ, ਸੀਤਾ ਅਤੇ ਲਛਮਣ ਦੇ ਉਸ ਬਣ ਵਿੱਚ ਪਹੁੰਚਣ ਤੇ ਉਹਨਾਂ ਨੂੰ ਤਕੀਏ ਸੁਭਜ ਅਣਡਿੱਠੇ ਸਮਝ ਕੇ ਤਾਇਓ ਬਿਰਾਦ ਅਤੇ ਆਪਣੀ ਖੁਰਾਕ ਜਾਣ ਕੇ ਦੈਂਤ ਭੱਜ ਕੇ ਆਇਆ। ਬੰਕੜਿਓ ਵਿਵਾਦ ਅਤੇ ਬਕ ਛਕ ਕਰਨ ਲੱਗਿਆ। लखियन अवध। राम ने समझ लिया, संभयो सनद, कि सामने वाला शस्त्रधारी पूरी तरह ਤਿਆਰ ਹੈ। ਸੰਭਲੇ ਹਥਿਆਰ, ਇਸ ਲਈ ਇਹਨਾਂ ਨੇ ਵੀ ਹਥਿਆਰ ਸੰਭਾਲੇ। ਓਰੜੇ ਲੁਝਾਰ ਅਤੇ ਲੜਾਈ ਤੇ ਉਤਰ ਆਏ। ਚਿਕੜੀ ਚਾਵੰਡ। ਜਦੋਂ ਸੂਰਮੇ ਆਮੋ ਸਾਹਮਣੇ ਹੋਏ, ਸਮੂਹੇ ਸਾਵੰਤ, ਤਾਂ ਇੱਲਾਂ ਚੀਕੀਆਂ। ਸੱਜੀਏ ਸੁਬਾਹ। ਸੁੰਦਰ ਬਾਹਾਂ ਵਾਲੇ ਸੂਰਮੇ ਸਜੇ ਹੋਏ ਸਨ। ਅਛਰੋ ਉਛਾ। ਜਿਨ੍ਹਾਂ ਨੂੰ ਵੇਖ ਕੇ ਅਪਛਰਾਵਾਂ ਉਤਸ਼ਾਹਿਤ ਹੋ ਰਹੀਆਂ ਸਨ। ਪਖਰੇ ਪਵੰਗ। ਕੋੜੇ ਪਾਵੰਗ ਪਾਖਰਾਂ ਨਾਲ ਸਜੇ ਹੋਏ ਸਨ। ਮੁਹੱਲੇ ਮਤੰਗ। ਹਾਥੀ ਮਸਤ ਸਨ। ਚਾਵੜੀ ਚਿੰਕਾਰ। ਇੱਲਾਂ ਛੀਕਦੀਆਂ ਸਨ। ਉਛਰੇ ਲੁਛਾਰ। ਸੂਰਮੇ ਯੁੱਧ ਵਿੱਚ ਉਲਝੇ ਹੋਏ ਸਨ। ਸਿੰਧਰੇ ਸੰਧੂਰ। ਹਾਥੀ ਸੰਧੂਰੇ ਹੋਏ ਸਨ। ਬਜੇ ਤੰਦੂਰ। ਛੋਟੇ ਢੋਲ ਤੰਦੂਰ ਵੱਜਦੇ ਸਨ। ਸੱਜੀਏ ਸੁਬਾਹ। ਸੁੰਦਰ ਜਵਾਨ ਸੱਜੇ ਹੋਏ ਸਨ। ਅਛਰੋ ਉਛਾ। ਇਸ ਕਰਕੇ ਅਪਛਰਾਵਾਂ ਦੇ ਮਨ ਵਿੱਚ ਉਤਸ਼ਾਹ ਵੱਧ ਰਿਹਾ ਸੀ। ਬੇਚੂੜੇ ਉਜਾੜ। ਯੋਧੇ ਖਿੰਡ ਪੁੰਡ ਗਏ ਅਤੇ ਯੁੱਧ ਭੂਮੀ ਖਾਲੀ ਹੋ ਗਈ। ਸਮੱਲੇ ਸੁਮਾਰ।
ਖਾਈ ਹੋਈ ਮਾਰ ਨੂੰ ਯੋਧੇ ਯਾਦ ਕਰਦੇ ਸਨ। ਹਾਹਲੇ ਹੰਕਾਰ ਅਤੇ ਹਾਹਾਕਾਰ ਦੀ ਹੁੰਕਾਰ ਕਰਦੇ ਸਨ। ਅੰਕੜੇ ਅੰਗਾਰ, ਲਹੂ ਨਾਲ ਲਾਲ ਹੋਏ ਸਰੀਰ ਅੰਗਾਰੇ ਵਾਂਗ ਲਾਲ ਸਨ। ਸੰਭਲੇ ਲੁੱਛਾਰ, ਯੋਧੇ ਆਪਣੇ ਆਪ ਨੂੰ ਸੰਭਾਲਦੇ ਸਨ। ਛੁਟਕੇ ਬਿਸਿਆਰ, ਵਿਹੁਲੇ ਤੀਰ ਬਿਸਿਅਰ ਚਲਾਉਂਦੇ ਸਨ। ਹਾਹਲੇਹਨ ਬੀਰ, ਸੂਰਮੇ ਹਾਹਾਕਾਰ ਦੀ ਕਰਦੇ ਸਨ। ਸੰਘਰੇ ਸੁਬੀਰ, ਯੋਧੇ ਲੜ ਰਹੇ ਸਨ। ਅਨੂਪ ਨਰਾਜ ਛੰਦ, ਗਜਨ ਗਜੇ ਹਯਨ ਹਲੇ ਹਲਾਹਲੀ ਹਲੋ ਹਲਨ। ਹਾਥੀ ਚਿੰਗਾੜਦੇ ਸਨ, ਘੋੜੇ ਦੌੜਦੇ ਸਨ। ਹੱਲੇ ਉੱਤੇ ਹੱਲੇ ਨਾਲ ਸੈਨਾ ਵਿੱਚ ਹਲਚਲ ਮਚ ਗਈ ਸੀ। ਬੱਬਚ ਸਿੰਧਰੇ ਸੁਰਨ ਛੁਟੰਤ ਬਾਣ ਕੇਵਲਨ। ਸੁਰ ਨਾਲ ਰਣ ਸਿੰਘੇ ਵੱਜਦੇ ਸਨ, ਕੇਵਲ ਤੀਰ ਚਲਦੇ ਸਨ। ਪਪਕ ਪਖਰੇ ਤੁਰੇ ਭਭਕ ਖਾਏ ਨਿਰਮਲਨ। ਪਰਪਕ ਪਾਖਰਾ ਵਾਲੇ ਘੋੜਿਆਂ ਦੇ ਜ਼ਖਮਾਂ ਤੋਂ ਪਕ ਪਕ ਕਰਦਾ ਸ਼ੁੱਧ ਲਹੂ ਨਿਕਲ ਰਿਹਾ ਸੀ। ਪਲੁੱਥ ਲੁੱਥ ਬਿਥਰੀ ਅਮੱਥ ਜੁੱਥ ਉਥਲਨ। ਲੋਥ ਤੇ ਲੋਥ ਚੜੀ ਹੋਈ ਸੀ। ਸਿਰ ਤੋਂ ਬਿਨਾਂ ਅਮੱਥ ਧੜਾਂ ਦੇ ਸਮੂਹ ਉਛਲ ਰਹੇ ਸਨ। ਅਜੁੱਤ ਲੁੱਥ ਬਿਥਰੀ ਮਿਲੰਤ ਹੱਥ ਬਖਿਅਨ। ਦੂਰ ਦੂਰ ਲੋਥਾਂ ਖਿਲਰੀਆਂ ਪਈਆਂ ਸਨ। ਲੋਥਾਂ ਨੇ ਇੱਕ ਦੂਜੇ ਦੀਆਂ ਵੱਖੀਆਂ ਵਿੱਚ ਹੱਥ ਪਾਏ ਹੋਏ ਸਨ। ਅਕੁੰਮ ਕਾਇ ਕੁੰਮ ਏ ਬਬਕ ਬੀਰ ਦੁੱਧਰਨ। ਸਥਿਰ ਖੜੋਤੇ ਯੋਧੇ ਜ਼ਖਮ ਖਾ ਕੇ ਘੁੰਮ ਗਏ ਹਨ। ਦੋਹਾਂ ਧਿਰਾਂ ਦੇ ਸੂਰਮੇ ਬਕਵਾਦ ਕਰਦੇ ਸਨ। ਕਿਲਨ ਕਰੰਤ ਖੱਪਰੀ ਪਿਪੰਤ ਸ੍ਰੋਣ ਪਾਣਿਅਨ। ਜੋਗਣਾਂ ਕਿਲਕਾਰੀਆਂ ਮਾਰਦੀਆਂ ਸਨ ਅਤੇ ਪਾਣੀ ਵਾਂਗ ਲਹੂ ਪੀਂਦੀਆਂ ਸਨ। ਹਹਕ ਪੈਰਵਨ ਸੁਤਨ। ਹਹਕ ਪੈਰਵਨ ਸ੍ਰੁਤਨ ਉਠੰਤ ਯੁੱਧ ਜਵਾਲਯਨ। ਪੈਰਵ ਦੀ ਲਲਕਾਰ ਸੁਣ ਕੇ ਯੁੱਧ ਅਗਨੀ ਮਚ ਰਹੀ ਹੈ। ਫਿਕੰਤ ਫਿੰਕਤੀ ਫਿਰੰਤ ਰੜੰਤ ਗਿੱਧ ਬ੍ਰਿਦਣਨ। ਫਿਕੰਤ ਫਿਕੰਤੀ ਫਿਰੰਤ ਰੜੰਤ ਗਿੱਧ ਬ੍ਰਿਦਣਨ। ਗਿੱਦੜੀਆਂ ਫਿਕੰਤੀ ਹੁੰਕਾਰਦੀਆਂ ਫਿਰ ਰਹੀਆਂ ਸਨ ਅਤੇ ਵੱਡੀਆਂ ਗਿਰਛਾਂ ਬੋਲ ਰਹੀਆਂ ਸਨ। ਡਹਕ ਡਾਮਰੀ ਉਠਨ ਬਕਾਰ ਬੀਰ ਬੈਤਲਨ। ਡੋਰੂਆਂ ਦੀ ਡਹਿਕ ਡਹਿਕ ਆਵਾਜ਼ ਹੁੰਦੀ ਸੀ ਅਤੇ ਬੀਰ ਬੈਤਾਲ ਬਕਾਰਦਾ ਸੀ। ਖਹਤ ਖਗ ਖਤਰੀਅਨ ਖਿਮੰਤ ਤਾਰ ਉਜਲਨ। ਸੂਰਮਿਆਂ ਦੇ ਖੜਗ ਜਦ ਆਪਸ ਵਿੱਚ ਖਹਿੰਦੇ ਸਨ ਤਾਂ ਉਹਨਾਂ ਦੀ ਚਿੱਟੀ ਧਾਰ ਲਿਸ਼ਕਦੀ ਸੀ। ਖਣਕ ਜਾਣ ਸਾਵਲਨ ਲਸੰਤ ਬੇਗ ਬਿਜੁਲਨ। ਇਉਂ ਪ੍ਰਤੀਤ ਹੁੰਦਾ ਸੀ ਮਾਨੋ ਸਾਵਣ ਦੀਆਂ ਕਾਲੀਆਂ ਘਟਾਵਾਂ ਕਣਕ ਵਿੱਚੋਂ ਤੇਜ਼ੀ ਨਾਲ ਬਿਜਲੀ ਲਿਸ਼ਕੀ ਹੋਵੇ। ਪਿਪੰਤ ਸ੍ਰੋਣ ਖੱਪਰੀ ਪਕੰਤ ਮਾਸ ਚਾਵਡਨ। ਖੱਪਰਾਂ ਵਾਲੀਆਂ ਜੋਗਣਾਂ ਲਹੂ ਪੀਂਦੀਆਂ ਸਨ ਅਤੇ ਇੱਲਾ ਮਾਸ ਖਾਂਦੀਆਂ ਸਨ। ਹਕਾਰ ਵੀਰ ਸੰਭਿੜੇ ਲੁਝਾਰ ਧਾਰ ਦੁੱਧਰਨ। ਦੋਹਾਂ ਧਿਰਾਂ ਦੇ ਯੋਧੇ ਲਲਕਾਰਦੇ ਹੋਏ ਸੰਭਲ ਕੇ ਤਾਰ ਵਾਲੇ ਸ਼ਸਤਰਾਂ ਨਾਲ ਲੜਦੇ ਸਨ। ਪੁਕਾਰ ਮਾਰ ਕੇ ਪਰੇ ਸਹੰਤ ਅੰਗ ਪਾਰਿਅਨ।
ਮਾਰੋ ਮਾਰੋ ਪੁਕਾਰਦੇ ਹੋਏ ਪੈ ਜਾਂਦੇ ਸਨ ਅਤੇ ਸਰੀਰ ਉੱਤੇ ਦੁੱਖ ਦਾ ਭਾਰ ਸਹਾਰਦੇ ਸਨ। ਬਿਹਾਰ ਦੇਵ ਮੰਡਲਨ ਕਟੰਤ ਖੱਗ ਤਾਰਿਅਨ। ਜੋ ਤਲਵਾਰ ਦੀ ਤਾਰ ਨਾਲ ਕੱਟੇ ਜਾਂਦੇ ਸਨ, ਉਹ ਦੇਵ ਮੰਡਲ ਸਵਰਗ ਨੂੰ ਜਾ ਰਹੇ ਸਨ। ਪ੍ਰਚਾਰ ਵਾਰ ਪੈਜ ਕੇ ਖੁਮਾਰ ਖਾਏ ਖੂ ਮਹੀਂ। ਸੂਰਮੇ ਆਪਣੇ ਪੈਜ ਰੱਖਦੇ ਹੋਏ ਲਲਕਾਰਦੇ ਸਨ ਅਤੇ ਜ਼ਖਮਾਂ ਦੀ ਖੁਮਾਰੀ ਨਾਲ ਝੂਮ ਕੇ ਇਉਂ ਡਿੱਗਦੇ ਸਨ। ਤਪੀ ਮਨੋ ਅਧੋਂ ਮੁਖਨ ਸੂ ਤੂਮ ਆਗ ਤੂਮ ਹੀ। ਤਪੀ ਮਨੋ ਅਧੋ ਮੁਖਨ ਸੂ ਤੂਮ ਆਗ ਤੂਮ ਹੀ। ਮਾਨੋ ਤਪਸਵੀ ਨੀਵਾਂ ਮੂੰਹ ਕਰਕੇ ਧੂਆਂ ਵਾਲੀ ਅੱਗ ਦਾ ਧੂਆਂ ਪੀ ਰਹੇ ਹੋਣ। ਮਾਨੋ ਤਪਸਵੀ ਨੀਵਾਂ ਮੂੰਹ ਕਰਕੇ ਧੂਏ ਵਾਲੀ ਅੱਗ ਦਾ ਧੂਆਂ ਪੀ ਰਹੇ ਹੋਣ। ਟੁਟੰਤ ਅੰਗ ਪੰਗਯਨ ਬਹੰਤ ਅਸਤਰ ਤਾਰਯਨ। ਜਿਨ੍ਹਾਂ ਉੱਤੇ ਅਸਤਰ ਦੀ ਤਾਰ ਵਹਿ ਜਾਂਦੀ ਸੀ, ਉਹਨਾਂ ਦੇ ਅੰਗ ਪੰਗ ਹੋ ਕੇ ਟੁੱਟ ਜਾਂਦੇ ਸਨ। ਉਠੰਤ ਛਿਜ ਇੱਛਯਨ ਪਿਪੰਤ ਮਾਸ ਹਾਰਯਨ। ਲਹੂ ਦੀਆਂ ਜੋ ਛਿੱਟਾਂ ਉੱਡਦੀਆਂ ਸਨ, ਉਹਨਾਂ ਨੂੰ ਮਾਸਾਹਾਰੀ ਪੀਂਦੇ ਸਨ। ਅਕੋਰ ਕਾਇ ਅਕਏ ਕਟੇ ਪਰੇ ਸੂ ਪ੍ਰਾਸਨਨ। ਕੱਟੇ ਪਏ ਜ਼ਖਮੀਆਂ ਨੂੰ ਖਾ ਕੇ ਪ੍ਰਸੰਨ ਅਘੋਰੀ ਰੱਜ ਗਏ ਸਨ। ਕੁਮੰਤ ਜਾਣ ਰਾਵਲਨ ਲਗੇ ਸੁਸਿੱਧ ਆਸਣਨ। ਜ਼ਖਮੀ ਇਉਂ ਮੁੱਦੇ ਮੂੰਹ ਪਏ ਸਨ, ਮਾਨੋ ਯੋਗੀ ਨੇ ਸਿੱਧ ਆਸਣ ਲਾਇਆ ਹੋਇਆ ਹੋਵੇ। ਪਰੰਤ ਅੰਗ ਪੰਗ ਹੋਏ ਬਕੰਤ ਮਾਰ ਮਾਰਿਅਨ। ਕਈਆਂ ਦੇ ਅੰਗ ਟੁੱਟੇ ਹੋਏ ਪਏ ਸਨ ਅਤੇ ਮੂੰਹੋਂ ਮਾਰੋ ਮਾਰੋ ਬੋਲਦੇ ਸਨ। ਬਦੰਤ ਜਾਣ ਬੰਦੀਅਨ ਸੁਕ੍ਰਿਤ ਕ੍ਰਿਤ ਅਪਾਰਿਅਨ। ਉਹਨਾਂ ਦਾ ਬੋਲਣਾ ਇਉਂ ਪ੍ਰਤੀਤ ਹੁੰਦਾ ਸੀ, ਮਾਨੋ ਬੰਦੀ ਜਨ ਅਪਾਰ ਸ਼ੁਭ ਕੀਰਤੀ ਦੀ ਕਵਿਤਾ ਬਣਾ ਕੇ ਬੋਲ ਰਹੇ ਹੋਣ। ਬਜੰਤ ਤਾਲ ਤੰਬੂਰਨ ਬਿਸੇਖ ਬੀਨ ਬੇਣਿਅਨ। ਛੈਣੇ, ਛੋਟੇ ਢੋਲ, ਬੰਸਰੀ, ਮ੍ਰਿਦੰਗ ਚਾਲ ਨਾ ਫਿਰਨ ਸਨਾਏ ਪੇਰ ਪੈ ਕਰਨ। ਮ੍ਰਿਦੰਗ, ਛਾਲ, ਨਫੀਰੀ, ਸਨਾਏ ਤੇ ਭੇਰੀ ਆਦਿਕ ਸਾਜ਼ ਵੱਜਦੇ ਸਨ। ਉਠੰਤ ਨਾਦ ਨਿਰਮਲਨ ਟੁਟੰਤ ਤਾਲ ਤਥਿਅਨ। ਜਿਨ੍ਹਾਂ ਤੋਂ ਸ਼ੁੱਧ ਸ਼ਬਦ ਨਿਕਲਦੇ ਸਨ ਅਤੇ ਸ਼ਸਤਰ ਦੇ ਪ੍ਰਹਾਰ ਤੋਂ ਪੈਦਾ ਹੋ ਰਿਹਾ ਟਕ ਟਕ ਦਾ ਤਾਲ ਟੁੱਟਦਾ ਨਹੀਂ ਸੀ। ਬਦੰਤ ਕਿਤ ਬੰਦੀਅਨ ਕਬਿੰਦਰ। ਬਦੰਤ ਕਿਤ ਬੰਦੀਅਨ ਕਬਿੰਦਰ ਕਾਬੇ ਕਥਯਨ। ਬਦੰਤ ਕਿਤ ਬੰਦੀਅਨ ਕਬਿੱਤਰ ਕਾਬਿ ਕਥਯਨ। ਇੰਝ ਪ੍ਰਤੀਤ ਹੁੰਦਾ ਸੀ, ਮਾਨੋ ਬੰਦੀ ਜਨ ਕੀਰਤੀ ਗਾ ਰਹੇ ਹੋਣ ਅਤੇ ਕਵੀ ਰਾਜ ਕਵਿਤਾ ਪਾਠ ਕਰ ਰਹੇ ਹੋਣ। ਡਲੰਤ ਡਾਲ ਮਾਲਯਨ ਖਹੰਤ ਖੱਗ ਖੇਤਯਨ। ਟਾਲਾਂ ਦੀ ਮਾਰ ਮਾਲਯਨ ਤੋਂ ਡਲ ਡਲ ਸ਼ਬਦ ਹੁੰਦੇ ਸਨ ਅਤੇ ਰਣਭੂਮੀ ਵਿੱਚ ਤਲਵਾਰਾਂ ਠਹਿਕਦੀਆਂ ਸਨ। ਚਲੰਤ ਬਾਣ ਤੀਛਣਨ ਅਨੰਤ ਅੰਤ ਕੰਕਯਨ। ਬੇਅੰਤ ਤਿੱਖੇ ਬਾਣ ਚਲਦੇ ਸਨ ਜੋ ਅਨੇਕਾਂ ਦਾ ਅੰਤ ਕਰਦੇ ਸਨ। ਸਿਮਟ ਸਾਗ ਸੁੰਕੜਨ ਸਟਕ ਕਸੂਲ ਸੇਲਯਨ। ਕਈ ਇਕੱਠੇ ਹੋ ਕੇ ਸਾਗ ਵਾਹ ਦਿੰਦੇ ਸਨ ਅਤੇ ਕਈ ਤ੍ਰਿਸ਼ੂਲ ਅਤੇ ਨੇਜ਼ੇ ਮਾਰਦੇ ਸਨ। ਰੁਲੰਤ ਰੁੰਡ ਮੁੰਡਯਨ ਚਲੰਤ ਚਾਲ ਅਚਲਨ। ਸੂਰਮੇ ਤਲਵਾਰ ਦੀ ਨਾ ਝੱਲੇ ਜਾ ਸਕਣ ਵਾਲੀ ਚਾਲ ਨੂੰ ਚਲਦੇ ਸਨ ਅਤੇ ਰੁੰਡ ਮੁੰਡ ਹੋ ਕੇ
ਰਣਭੂਮੀ ਵਿੱਚ ਰੁਲਦੇ ਸਨ। ਬਚਿੱਤਰ ਚਿਤਰਨਨ ਸਰਨ ਬਹੰਤ ਦਾਰੁਣਨ ਰਣਨ। ਵਿਚਿੱਤਰ ਚਿੱਤਰਕਾਰੀ ਵਾਲੇ ਤੀਰ ਉਸ ਭਿਆਨਕ ਯੁੱਧ ਵਿੱਚ ਚੱਲਦੇ ਸਨ। ਡਲੰਤ ਡਾਲ ਅਡਲਨ ਡੁਲੰਤ ਚਾਰ ਚਾਮਰਨ। ਕਈ ਡਾਲ ਦੇ ਸਹਾਰੇ ਉਹਨਾਂ ਤੀਰਾਂ ਨੂੰ ਉੱਪਰੋਂ ਲੰਘਣ ਦਿੰਦੇ ਹਨ ਜੋ ਇਉਂ ਪ੍ਰਤੀਤ ਹੁੰਦੇ ਸਨ ਮਾਨੋ ਸੁੰਦਰ ਚੋਰ ਝੁੱਲ ਰਿਹਾ ਹੋਵੇ। ਦਲੰਤ ਨਿਰਦਲੋ ਦਲਨ ਪਪਾਤ ਪੂਤਲਨ ਦਿੱਤਨ। ਸੂਰਮੇ ਨਾ ਦਲੇ ਜਾਣ ਵਾਲਿਆਂ ਨੂੰ ਦਲ ਰਹੇ ਸਨ ਅਤੇ ਯੋਧੇ ਧਰਤੀ ਉੱਪਰ ਡਿੱਗਦੇ ਸਨ। ਉਠੰਤ ਗਦ ਸੱਦਯਨ ਨਿਨਦ ਨਦ ਦੁਬਰਨ। ਸੂਰਮਿਆਂ ਦੀਆਂ ਗਦਾਵਾਂ ਤੋਂ ਜੋ ਸ਼ਬਦ ਉੱਠਦਾ ਸੀ ਉਸ ਨਾਲ ਭਿਆਨਕ ਆਵਾਜ਼ ਪੈਦਾ ਹੋ ਰਹੀ ਸੀ। ਪਰੰਤ ਪੱਤਰ ਚੌਸਠੀ ਨੇ ਕਿਲੰਕ ਖੇਚਰੀ ਕਰਨ। ਪਰੰਤ ਪੱਤਰ ਚੌਸਠੀ ਕਿਲੰਕ ਖੇਚਰੀ ਕਰਨ। 64 ਜੋਗਣੀਆਂ ਖੱਪਰ ਭਰਦੀਆਂ ਸਨ, ਭੂਤਨੀਆਂ ਕਿਲਕਾਰੀਆਂ ਮਾਰਦੀਆਂ ਸਨ। ਫਿਰੰਤ ਹੂਰ ਪੂਰਯਨ ਬਰੰਤ ਦੁੱਧਰਨ ਨਰਨ। ਆਕਾਸ਼ ਵਿੱਚ ਹੂਰਾਂ ਫਿਰਦੀਆਂ ਸਨ ਜੋ ਸੂਰਵੀਰ ਪੁਰਸ਼ਾਂ ਨੂੰ ਵਰਦੀਆਂ ਸਨ। ਸਨੱਥ ਪੱਥ ਗੋਦਯਨ ਸੁਸੋਭ ਅੰਗੁਲਨ ਤ੍ਰਿਣਨ। ਸ਼ਸਤਰਧਾਰੀ ਸੂਰਮਿਆਂ ਦੇ ਹੱਥਾਂ ਉੱਤੇ ਗੋਹ ਦੇ ਚੰਮ ਦੇ ਦਸਤਾਨੇ ਸ਼ੋਭ ਰਹੇ ਸਨ। ਡਕੰਤ ਡਾਕਣੀ ਪ੍ਰਮਣ ਪਖੰਤ ਆਮਿਖਨ ਰਣਨ। ਡਾਕਣੀਆਂ ਡਕਾਰਦੀਆਂ ਫਿਰਦੀਆਂ ਸਨ ਅਤੇ ਰਣਭੂਮੀ ਵਿੱਚੋਂ ਮੁਰਦਿਆਂ ਦਾ ਮਾਸ ਖਾਂਦੀਆਂ ਸਨ। ਕਿਲੰਕ ਦੇਵੀਅਨ ਕਰੰਡ ਹਖ ਡਾਮਰੂ ਸੁਰਨ। ਰਣਭੂਮੀ ਵਿੱਚ ਕਾਲੀ ਦੇਵੀ ਕਿਲਕਾਰੀਆਂ ਮਾਰਦੀ ਸੀ ਅਤੇ ਡੋਰੂ ਦੀ ਆਵਾਜ਼ ਹੁੰਦੀ ਸੀ। ਕੜਕ ਕੱਤਿਯਨ ਉਠਣ ਪਰੰਤ ਤੂਰ ਪੱਖਰਨ। ਕੜਕ ਕੱਤਿਯਨ ਉਠਣ ਪਰੰਤ ਤੂਰ ਪੱਕਰਰ। ਕੜਕ ਕੱਤਿਯਨ ਉਠਣ ਪਰੰਤ ਤੂਰ ਪੱਕਰਨ। ਤਲਵਾਰਾਂ ਦੇ ਕੜਾਕੇ ਉੱਠਦੇ ਸਨ ਅਤੇ ਪਾਖਰਾਂ ਉੱਤੇ ਧੂੜ ਪੈ ਰਹੀ ਸੀ। ਬਬੱਜ ਸਿੰਧਰੇ ਸੁਰਨ ਨਿਰਖਾਤ ਸੂਲ ਸੈਥੀਅਨ। ਰਣ ਸਿੰਘੇ ਸੁਰ ਨਾਲ ਵੱਜ ਰਹੇ ਸਨ। ਤ੍ਰਿਸ਼ੂਲਾਂ ਅਤੇ ਸਹਿਥੀਆਂ ਨਾਲ ਯੋਧੇ ਜ਼ਖਮੀ ਹੋ ਰਹੇ ਹਨ। ਪਪੱਜ ਕਾਤਰੋ ਰਣਨ ਨਿਲਜ ਭੱਜ ਭੂ ਪਰਨ। ਨਿਰਲਜ ਕਾਇਆ ਰਣ ਵਿੱਚੋਂ ਭੱਜ ਕੇ ਭੂਮੀ ਉੱਤੇ ਪਾਰ ਬਣ ਰਹੇ ਸਨ। ਸੁਸਤਰ ਅਸਤਰ ਸੰਨਿਧਨ ਜੁਜਤ ਜੋਦਣੋ ਜੁਦਨ। ਸੁਸਤਰ ਅਸਤਰ ਸੰਨਿਧਨ ਸੁਸਤਰ ਅਸਤਰ ਸੰਨਿਧਨ ਜੁਜੰਤ ਜੋਦਣੋ ਜੁਦਨ। ਸ਼ਸਤਰਾਂ ਅਸਤਰਾਂ ਨਾਲ ਸੱਜੇ ਹੋਏ ਯੋਧੇ ਯੁੱਧ ਵਿੱਚ ਜੂਝਦੇ ਸਨ। ਅਰੁਜ ਪੰਕ ਲੱਜਣਨ ਕਰੰਤ ਦ੍ਰੋਹ ਕੇਵਲਨ। ਜੋ ਲੱਜਾ ਰੂਪ ਚਿੱਕੜ ਵਿੱਚ ਫਸ ਹੋਏ ਸਨ ਉਹ ਕੇਵਲ ਦ੍ਰੋਹ ਕਰਦੇ ਸਨ। ਪਰੰਤ ਅੰਗ ਪੰਗ ਹੋਏ ਉਠੰਤ ਮਾਸ ਕਰਦਮਨ। ਅੰਗ ਕੱਟ ਕੇ ਡਿੱਗਦੇ ਸਨ ਤਾਂ ਮਾਸ ਦੇ ਚਿੱਕੜ ਵਿੱਚੋਂ ਛਿੱਟੇ ਉੱਡਦੇ ਸਨ। ਖਿਲੰਤ ਜਾਣੂ ਕਦਵਨ ਸੁ ਮੱਛ ਕਾਂਦਰਹ ਗੋਪਿਕਨ। ਇਉਂ ਪ੍ਰਤੀਤ ਹੁੰਦਾ ਹੈ
ਮਾਨੋ ਗੋਪੀਆਂ ਵਿੱਚ ਕਾਨ ਖਿਦੋਂ ਖੇਡਦੇ ਹੋਣ। ਡਹਕ ਡੋਰ ਡਾਂਕਣਨ ਚਲੰਤ ਚਾਲ ਰੋ ਸੁਰਨ। ਡੋਰੂ ਤੇ ਡਾਂਕਣੀਆਂ ਬੋਲਦੀਆਂ ਸਨ, ਤੀਰਾਂ ਦੀ ਚਮਕ ਚਾਲ ਲਿਸ਼ਕਦੀ ਸੀ। ਨਿਨਦ ਨਾਦ ਨਾ ਫਿਰਨ ਬਜੰਤ ਪੇਰ ਭੀਖਣਨ। ਨਫੀਰੀਆਂ ਦਾ ਲਗਾਤਾਰ ਨਾਦ ਹੋ ਰਿਹਾ ਸੀ ਅਤੇ ਪੇਰੀ ਦੀ ਭੀਸ਼ਣ ਧੁਨੀ ਹੋ ਰਹੀ ਸੀ। ਕੁਰੰਤ ਕੋਰ ਧੁੰਦ ਭੀ ਕਰੰਤ ਕਾਨ ਰੇ ਸੁਰਨ। ਤੌਂਸਾ ਭਿਆਨਕ ਸੁਰ ਵਿੱਚ ਗੂੰਜ ਰਿਹਾ ਸੀ। ਕਰੰਤ ਛਾਛਰੋ ਛੜਨ ਬਜੰਤ ਬਾਂਸੁਰੀ ਬਰਨ। ਛਾਛ ਦੀ ਆਵਾਜ਼ ਹੋ ਰਹੀ ਸੀ ਅਤੇ ਚੰਗੀ ਸੁਰ ਨਾਲ ਬੰਸਰੀ ਵੱਜ ਰਹੀ ਸੀ। ਨਚੰਤ ਬਾਜ ਤੀਛਣਨ ਚਲੰਤ ਚਾਚਰੀ ਕ੍ਰਿਤਨ। ਤੇਜ਼ੀ ਨਾਲ ਘੋੜੇ ਨੱਚਦੇ ਸਨ ਅਤੇ ਚੰਚਲਤਾ ਨਾਲ ਚੱਲਦੇ ਸਨ। ਲਿਖੰਤ ਲੀਕ ਉਰਬੀਅਨ ਸੁਭੰਤ ਕੁੰਡਲੀਕਰਨ। ਧਰਤੀ ਉੱਤੇ ਸੁੰਮ ਦੇ ਨਿਸ਼ਾਨ ਦੀ ਥਾਂ ਤੇ ਲੀਕ ਜਿਹੀ ਉੱਭਰ ਰਹੀ ਸੀ ਜੋ ਗੋਲਾਕਾਰ ਰੂਪ ਵਿੱਚ ਸ਼ੋਭ ਰਹੀ ਸੀ। ਉਡੰਤ ਤੂਰ ਪੂਰੀਅਨ ਖੁਰੀਨ ਨਿਰਦਲੀ ਨਭਨ। ਖੁਰਾਂ ਨਾਲ ਉੱਠੀ ਹੋਈ ਬਹੁਤ ਧੂੜ ਆਕਾਸ਼ ਵਿੱਚ ਪਸਰ ਰਹੀ ਸੀ। ਪਰੰਤਪੂਰ ਪਉਰਣਨ ਸੁਪਉਰ ਠੌਰ ਜੋ ਜਲਨ। ਰਣ ਵਿੱਚੋਂ ਬਹੁਤ ਭੈ ਮਹਿਸੂਸ ਹੁੰਦਾ ਸੀ, ਜਿਵੇਂ ਪਾਣੀ ਵਿੱਚ ਘੁੰਮਣ ਘੇਰੀ ਵਾਲੀ ਥਾਂ ਤੋਂ ਤਾਰੂ ਵਿਅਕਤੀ ਨੂੰ ਡਰ ਲੱਗਦਾ ਹੈ। ਭਜੰਤ ਤੀਰ ਬੀਰਣਨ ਚਲੰਤ ਮਾਨ ਪ੍ਰਾਨ ਲੈ। ਤੀਰਜ ਵਾਲੇ ਕਈ ਸੂਰਮੇ ਆਪਣੇ ਮਾਣ ਅਤੇ ਪ੍ਰਾਣ ਬਚਾ ਕੇ ਭੱਜ ਗਏ ਸਨ। ਦਲੰਤ ਪੰਤ ਦੰਤੀਅਨ ਭਜੰਤ ਹਾਰ ਮਾਨ ਕੇ। ਹਾਥੀਆਂ ਦੀ ਪੰਕਤੀ ਦਲੀ ਜਾ ਚੁੱਕਣ ਤੋਂ ਬਾਅਦ ਸੂਰਮੇ ਹਾਰ ਮੰਨ ਕੇ ਭੱਜੇ ਜਾ ਰਹੇ ਸਨ। ਮਿਲੰਤ ਦਾਤ ਕਾਸ ਲੈ ਰਰਛ ਸ਼ਬਦ ਉਚਰਨ। ਕਈ ਦੰਦਾਂ ਵਿੱਚ ਕਾ ਲੈ ਕੇ ਸ਼੍ਰੀ ਰਾਮ ਜੀ ਨੂੰ ਆ ਮਿਲੇ ਸਨ ਅਤੇ ਰੱਛਿਆ ਕਰੋ ਸ਼ਬਦ ਮੂੰਹੋਂ ਉਚਾਰ ਰਹੇ ਸਨ। ਬਿਰਾਦ ਦਾਨਵਨ ਜੁਝਿਓ ਸਿਉ ਹੱਥ ਰਾਮ ਨਿਰਮਲਨ। ਇਸ ਤਰ੍ਹਾਂ ਸ਼੍ਰੀ ਰਾਮ ਦੇ ਪਵਿੱਤਰ ਹੱਥਾਂ ਨਾਲ ਬਿਰਧ ਦੈਂਤ ਮਾਰਿਆ ਗਿਆ। ਇਤ ਸ਼੍ਰੀ ਬਚਿੱਤਰ ਨਾਟਕੇ ਰਾਮ ਅਵਤਾਰ ਕਥਾ ਬਿਰਾਦ ਦਾਨਵ ਬਧః। ਇੱਥੇ ਸ਼੍ਰੀ ਬਚਿੱਤਰ ਨਾਟਕ ਦੀ ਰਾਮ ਅਵਤਾਰ ਕਥਾ ਵਿੱਚ ਬਿਰਾਦ ਦਾਨਵ ਬਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।